नाज़रीन, बात हो रही है एडवोकेट असलम जोइया के कत्ल की, जो कचहरी के बिल्कुल करीब कत्ल की वारदात हुई। ये कत्ल की वारदात किस तरह से हुई और पुलिस मुल्ज़मान तक कैसे पहुंची, ये जानने के लिए हमारे साथ यहाँ के तफ्तीशी ऑफिसर मलिक नसीर साहब मौजूद हैं। उन्हीं की जुबानी जानते हैं। बहुत शुक्रिया नसीर साहब, वक्त दिता। ए सर दसो कि ए कत्ल की जिहड़ी वारदात हुई है, ए कहंदे ने कोई जमीन दे तनाज़े ते हुई है, असल च की हकायक की है? जमीन दे तनाज़े ते हुई है? ਜ਼ਮੀਨ ਦਾ ਤਨਾਜ਼ਾ ਤਕਰੀਬਨ 40 ਏਕੜ ਦਾ 6 ਏਕੜ ਇਹ ਵਕੀਲ ਸਾਹਿਬ ਨੇ ਲੈ ਲਈ ਸੀ ਪਹਿਲਾਂ ਮੁਕਰਰ ਕਰਕੇ। ਬਕਾਇਆ ਦਾ ਇਹਨਾਂ ਦਾ ਕੋਈ ਇਸਤਿਕਾਰ ਹੱਕ ਦਾ ਦਾਵਾ ਦੇ ਉਹ ਦਾਇਰ ਚੱਲ ਰਿਹਾ ਸੀ। ਅੱਛਾ। ਉਹਦੀ ਵਜ੍ਹਾ ਤੋਂ ਇਹ ਸਵੇਰ ਤਕਰੀਬਨ 11:30 ਵਜੇ ਦੇ ਇੱਥੇ ਆਏ ਨੇ ਕਚਹਿਰੀ, ਗੱਡੀ ਲੈ ਕੇ ਬਾਹਰ ਖੜੇ ਰਹੇ ਨੇ। ਉਤਰ ਕੇ ਗਏ ਵੀ ਨੇ, ਚੈੱਕ ਜਾ ਕੇ ਕੀਤਾ ਹੈ ਵੀ ਵਕੀਲ ਸਾਹਿਬ ਇੱਥੇ ਨੇ। ਉਸ ਤੋਂ ਬਾਅਦ ਤਕਰੀਬਨ 4:30 ਪੌਣੇ 5 ਵਜੇ ਵਕੀਲ ਸਾਹਿਬ ਨਿਕਲੇ ਨੇ ਬਾਹਰ। ਇਹਨਾਂ ਨੇ ਉਹਨਾਂ ਪਿੱਛਾ ਕੀਤਾ ਹੈ। ਤਕਰੀਬਨ ਕਿ ਫੋਨ ਆ ਰਿਹਾ ਸੀ ਵਕੀਲ ਸਾਹਿਬ ਨੂੰ, ਆਸਾ 20-25 ਦੀ ਸਪੀਡ 'ਤੇ ਜਾ ਰਹੇ ਸੀ। ਇਹ ਵੀ ਗੱਡੀ ਲੈ ਕੇ ਪਿੱਛੇ ਆਸਾ ਜਾ ਰਹੇ ਨੇ। ਜਦੋਂ ਕਾਲੀ ਪੁਲ ਔਰ ਨਜ਼ਦ ਮੰਡੀ ਮੋੜ ਪਹੁੰਚੇ ਨੇ, ਉੱਥੇ ਜਾ ਕੇ ਗੱਡੀ ਆਸਾ ਕਰਕੇ ਸ਼ੀਸ਼ਾ ਥੱਲੇ ਕਰਕੇ ਇਹਨਾਂ ਨੇ ਫਾਇਰ ਮਾਰਿਆ। ਵਕੀਲ ਸਾਹਿਬ ਡਿੱਗ ਪਏ ਨੇ, ਇਹ ਗੱਡੀ ਲੈ ਕੇ ਫਰਾਰ। ਠੀਕ ਹੈ, ਉਹਨਾਂ ਨੂੰ ਕਤਲ ਕਰਕੇ ਇਹ ਫਰਾਰ ਹੋ ਗਏ। ਅੱਛਾ, ਮੁਲਜ਼ਮਾਂ ਨਾਲ ਸਾਡੀ ਗੱਲ ਹੋ ਰਹੀ ਹੈ। ਉਹ ਕਹਿੰਦੇ ਨੇ ਉਹ ਜਿਹੜਾ ਮਰਕਜ਼ੀ ਮੁਲਜ਼ਮ ਹੈਗਾ ਜਿਨੇ ਕਤਲ ਦੀ ਵਾਰਦਾਤ ਕੀਤੀ, ਉਹ ਕਹਿੰਦਾ ਨਾਲ ਦੇ ਕਜ਼ਨ ਨੂੰ ਮੈਂ ਬਿਲਕੁਲ ਨਹੀਂ ਦੱਸਿਆ। ਇਹ ਸੱਚ ਹੈ ਝੂਠ ਹੈ, ਅਸਲ ਹਕਾਇਕ ਕੀ ਗਏ ਨੇ? ਬਿਲਕੁਲ ਇਹਨਾਂ ਦਾ ਮਸ਼ਵਰਾ ਹੈ ਮੁਕੰਮਲ ਹੈ, ਦੋਨੋਂ ਦੀ ਸਲਾਹ ਮਸ਼ਵਰੇ ਨਾਲ ਆਏ ਨੇ। ਅੱਛਾ। ਨੂੰ ਤਕਰੀਬਨ ਜਿਹੜਾ ਬੰਦਾ 5-6 ਘੰਟੇ ਉੱਥੇ ਰੁਕਦਾ ਹੈ, ਉਹਨੂੰ ਇਹ ਨਹੀਂ ਪਤਾ ਵੀ ਮੈਂ ਇਹਦੇ ਨਾਲ ਕਿਉਂ ਆਇਆ। ਹਾਂ, ਇੱਕ ਘੰਟਾ ਅੱਧੇ ਘੰਟੇ ਦੀ ਗੱਲ ਨਹੀਂ ਹੈ, 5-6 ਘੰਟੇ ਰੁਕੇ ਨੇ। ਉਸ ਤੋਂ ਬਾਅਦ ਫਿਰ ਇਹ ਉਹਦੇ ਮਗਰ ਲੱਗੇ ਨੇ। ਸਹੀ ਹੈ। ਇਹ ਬੜੇ ਹੁਸ਼ਿਆਰ ਮੁਲਜ਼ਮਾਨ ਨੇ। ਪਹਿਲੇ ਤੁਸੀਂ ਇਸ ਕੇਸ ਦੇ ਹਵਾਲੇ ਨਾਲ ਹੋਰ ਤਰ੍ਹਾਂ ਵੀ ਤਫਤੀਸ਼ ਕਰ ਰਹੇ ਹੋਵੋਗੇ, ਕਿਉਂਕਿ ਇਹ ਬਲਾਈਂਡ ਮਰਡਰ ਹੈਗਾ ਸੀ। ਐਂਡ ਤੁਸੀਂ ਟ੍ਰੇਸ ਕੀਤਾ ਪਹਿਲੇ ਤੇ ਮੁਲਜ਼ਮਾਨ ਤੱਕ ਕਿਸ ਤਰੀਕੇ ਨਾਲ ਤੁਸੀਂ ਪਹੁੰਚੇ, ਤੁਹਾਨੂੰ ਪਤਾ ਕਿੰਜ ਲੱਗਿਆ ਕਿ ਇਹੀ ਅਸਲ ਮੁਲਜ਼ਮਾਨ? ਸਰ ਅਸੀਂ ਸੀਸੀਟੀਵੀ ਕੈਮਰੇ ਸੇਫ ਸਿਟੀ ਤੋਂ ਚੈੱਕ ਕੀਤੇ ਨੇ। ਅੱਛਾ। ਕਾਫੀ ਗੱਡੀਆਂ ਖੜੀਆਂ ਸਨ। ਇਹ ਗੱਡੀ ਮਸ਼ਕੂਕ ਜਿੰਦੇ ਚ ਉਤਰ ਕੇ ਜਾਂਦੇ ਨੇ, ਫਿਰ ਵਾਪਸੀ ਆ ਕੇ ਬੈਠ ਜਾਂਦੇ ਨੇ। ਉਹਨੂੰ ਅਸੀਂ ਗੱਡੀ ਦਾ ਨੰਬਰ ਇਹਨਾਂ ਨੇ ਏਡੇ ਚਲਾਕ ਨੇ, ਬੈਕ ਸਾਈਡ ਦੀ ਜਿਹੜੀ ਨੰਬਰ ਪਲੇਟ ਹੈ ਉਹ ਨਾ ਉਤਾਰੀ ਹੋਈ ਸੀ। ਅੱਛਾ, ਉਤਾਰੀ ਹੋਈ ਸੀ। ਪੂਰੀ ਪਲੈਨਿੰਗ ਕਰਕੇ ਆਏ? ਪਲੈਨਿੰਗ ਦੀ ਅਗਲੀ ਨੰਬਰ ਪਲੇਟ ਹੈ ਸੀ। ਉਸ ਨੰਬਰ ਤੋਂ ਅਸੀਂ ਕਲੋਜ਼ ਕਰਕੇ ਚੈੱਕ ਕੀਤਾ ਹੈ। ਉਹ ਇੱਕ ਕੋਲ ਲਖਪਤ ਲਾਹੌਰ ਦਾ ਬੰਦਾ ਸੀ, ਓਨਰ ਦਾ ਜਿਹੜਾ। ਉੱਥੇ ਜਾ ਕੇ ਉਹਨੂੰ ਮਿਲਿਆ, ਉਹਨੇ ਦੱਸਿਆ ਜੀ ਮੈਂ ਫਲਾਣ ਨੂੰ ਸੇਲ ਕੀਤੀ ਹੈ। ਉਹ ਫਿਰ ਕੇ ਗਏ, ਉਹਨੇ ਕਿਹਾ ਫਲਾਣ ਨੂੰ। ਐਂਡ ਤੇ ਜਾ ਕੇ ਜਿਹੜਾ ਜਲਿਆਣੇ ਦਾ ਯਾਨੀ ਬੈਰੀਗੇਟਨ ਲਾਹੌਰ ਦੇ ਨਜ਼ਦੀਕ ਜਲਿਆਣਾ ਪਿੰਡ, ਉੱਥੋਂ ਦਾ ਮਕਸੂਦ ਨਾਮੀ ਬੰਦਾ ਜਿੰਦੀ ਗੱਡੀ ਸੀ, ਅਸੀਂ ਮਕਸੂਦ ਨੂੰ ਲੈ ਜਾ ਕੇ ਚੁੱਕਿਆ। ਮਕਸੂਦ ਨੇ ਕੋਈ ਦੱਸਿਆ ਜੀ ਮੇਰੇ ਕੋਲ ਇਹ ਬੰਦਾ ਰੈਂਟ ਤੇ ਲੈ ਕੇ ਗਿਆ ਹੈ। ਫਿਰ ਅਸੀਂ ਇਹਨਾਂ ਵਾਂ ਰੇਟ ਕੀਤਾ ਹੈ ਤੇ ਇਹ ਸਾਨੂੰ ਮਿਲੇ ਨਹੀਂ ਮਿਲੇ। ਨਹੀਂ। ਸਹੀ ਹੈ। ਫਿਰ ਉਸ ਤੋਂ ਬਾਅਦ ਇਹ ਤਕਰੀਬਨ ਕੋਈ 11 ਤਰੀਕ ਦੀ ਰਾਤ ਨੂੰ, 12 ਤਰੀਕ ਸ਼ੁਰੂ ਹੋ ਗਈ ਸੀ ਤੇ ਤਕਰੀਬਨ 1 ਵਜੇ ਦਾ ਟਾਈਮ ਸੀ। ਅਸੀਂ ਗਸ਼ਤ ਕਰਦੇ ਫਿਰਦੇ ਸੀ। ਇਹ ਆਏ ਨੇ, ਇਹ ਦੋਨੋਂ ਹੀ ਬੈਠੇ ਸੀ ਗੱਡੀ 'ਚ। ਉੱਥੋਂ ਗੱਡੀ ਨੂੰ ਦੇਖਿਆ ਤੇ ਗੱਡੀ ਨੂੰ ਅਸੀਂ ਰੋਕਿਆ। ਅਸੀਂ ਆਖਿਆ ਵੀ ਇਹ ਤਾਂ ਉਹ ਗੱਡੀ ਹੈ ਜਿਹੜੀ ਸਾਨੂੰ ਮਤਲਬ ਹੈ। ਅਸੀਂ ਚੈੱਕ ਕੀਤਾ, ਇਹਨਾਂ ਕੋਲ ਪਿਸਟਲ ਬਰਾਮਦ ਹੋਇਆ, ਗੱਡੀ ਵੀ ਅਸੀਂ ਲੈਣ ਦੀ, ਗੱਡੀ ਵੀ ਕਬਜ਼ੇ 'ਚ, ਪਿਸਟਲ ਵੀ ਇਹਦੇ 'ਤੇ ਪਰਚਾ ਦੇ ਦਿੱਤਾ। ਬਾਕੀ ਮਜ਼ੀਦ ਤਫਤੀਸ਼ ਜਿਹੜੀ ਉਹੀ ਚੱਲ ਰਹੀ ਹੈ। ਰਿਮਾਂਡ 'ਤੇ ਨੇ ਸਾਡੇ ਕੋਲ ਇਸ ਟਾਈਮ। ਰਿਮਾਂਡ ਦੇ ਉੱਤੇ ਗਏ। ਫਿਰ ਉਸ ਤੋਂ ਬਾਅਦ ਸ਼ਨਾਖਤ ਪਰੇਡ 'ਤੇ ਇਹਨਾਂ ਨੂੰ ਭਿਜਵਾਇਆ। ਜਿਸ ਦਿਨ ਫੜਿਆ ਉਸੇ ਡੇਟ 'ਚ ਹੀ ਸ਼ਨਾਖਤ ਪਰੇਡ ਚਲੇ ਗਏ ਨੇ। ਮਤਈਆਂ ਕੋਲੋਂ ਸ਼ਨਾਖਤ ਪਰੇਡ ਮੈਜਿਸਟ੍ਰੇਟ ਦੇ ਥਰੂ ਹੋਈ ਹੈ ਜੇਲ੍ਹ 'ਚ ਜਾ ਕੇ। ਉਹਨੇ ਇਹਨਾਂ ਨੂੰ ਸ਼ਨਾਖਤ ਕੀਤਾ, ਫਿਰ ਇਹਨਾਂ ਨੂੰ ਰਿਮਾਂਡ 'ਤੇ ਲੈ ਕੇ ਗਏ और रिमांड से लेके आए हैं और कल इन्हों का रिमांड खत्म हो रहा है। कल दोबारा पेश करेंगे। कल दोबारा पेश करोगे? ठीक है। आजम है मरकजी मुलजम जिन्हें कत्ल की वारदात की है, नाल इन्हें प्लैनिंग किस तरह बनाई सी, कितनी देर तो बनाई हुई सी? ਤੁਹਾਡੀ ਤਫਤੀਸ਼ ਦੇ ਦੌਰਾਨ ਕਿਹੜੇ ਇਨਕਸ਼ਾਫਾਤ ਸਾਹਮਣੇ ਆਏ? ਤਫਤੀਸ਼ ਤੋਂ ਸਾਰੇ 25 ਤਰੀਕ ਨੂੰ ਕਬਲ ਵੀ ਇੱਕ ਤੋਂ ਪਹਿਲੇ ਆਇਆ, 30 ਤਰੀਕ ਨੂੰ ਕਤਲ ਹੋਇਆ, 25 ਨੂੰ ਵੀ ਆਇਆ ਸੀ। ਪਲਾਨਿੰਗ ਬਣਾ ਕੇ ਆਇਆ, ਇਕੱਲਾ ਆਇਆ ਸੀ ਉਹ। ਅੱਛਾ, 25 ਨੂੰ ਵੀ ਕਤਲ ਕਰਨ ਦੇ ਮੂਡ 'ਚ ਆਇਆ ਸੀ? ਆਇਆ ਉਸ ਦਿਨ ਦਾ ਦਾ ਨਹੀਂ ਲੱਗਾ। ਸਹੀ ਹੈ। ਇਸ ਕਤਲ 'ਚ ਆਜ਼ਮ ਤੇ ਇਹਦਾ ਕਜ਼ਨ ਹੀ ਸ਼ਾਮਿਲ ਹੈ ਕਿ ਹੋਰ ਵੀ ਲੋਕ ਇਹਦੇ ਵਿੱਚ? ਦੋਨੋਂ ਨਹੀਂ ਜੀ, ਅਸੀਂ ਪੂਰੀ ਤਫਤੀਸ਼ ਕੀਤੀ ਆਪਣੀ ਇਨਵੈਸਟੀਗੇਸ਼ਨ ਦੇ ਮੁਤਾਬਕ। ਕਿਸੇ ਦੀ ਕੋਈ ਪਲਾਨ ਸਲਾਹ ਮਸ਼ਵਰਾ ਵੀ ਕਿਸੇ ਚੀਜ਼ ਦਾ ਨਹੀਂ ਹੈ। ਸਹੀ ਹੈ। ਮੁਦਈ ਮੁਕੱਦਮਾ ਕੀ ਕਹਿੰਦਾ ਹੈ ਇਸ ਹਵਾਲੇ ਦੇ ਨਾਲ? ਮੁਦਈ ਮੁਕੱਦਮਾ ਨੇ ਨਾਮਲੂਮ ਪਰਚਾ ਦਰਜ ਕਰਾਇਆ ਸੀ। ਹੁਣ ਉਹਨਾਂ ਨੇ ਖੁਦ ਹੀ ਸ਼ਨਾਖਤ ਕੀਤਾ ਹੈ, ਉਹ ਇਹ ਚੀਜ਼ ਤੇ ਮੁਤਮਿਨ ਨੇ। ਠੀਕ ਹੈ ਜੀ, ਸਾਡੇ ਮੁਲਜ਼ਮ ਨੇ ਤੇ ਇਹਨਾਂ ਨੂੰ ਕੈਫਰੇ ਕਿਰਦਾਰ ਤੱਕ ਜਾਣਾ ਚਾਹੀਦਾ। ਕੈਫਰੇ ਕਿਰਦਾਰ ਤੱਕ ਜਾਣਾ ਚਾਹੀਦਾ। ਬਾਕੀ ਮੁਲਜ਼ਮ ਦੀ ਗੱਲਾਂ ਤੁਸੀਂ ਵੀ ਸੁਣੀਆਂ, ਉਹ ਕਿੰਨਾ ਸੱਚ ਤੇ ਕਿੰਨਾ ਝੂਠ ਬੋਲ ਰਿਹਾ ਹੈ, ਕਿ ਗੱਲਾਂ ਹੁੰਦੀਆਂ ਹਕਾਇਕ ਵੀ ਉਹਦੇ ਵਿੱਚ ਕੋਈ ਸੱਚਾਈ ਵੀ ਹੈ? ਮੁਲਜ਼ਮ ਜੀ ਆਪਣੇ ਤੌਰ ਤੇ ਆਪਣੇ ਆਪ ਨੂੰ ਛੁਪਾਉਣ ਤੇ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਇਨਸ਼ਾਅੱਲਾ ਜਿਹੜਾ ਹਕਾਇਕ ਹੈ ਨਾ, ਉਹ ਇਨਸ਼ਾਅੱਲਾ ਮੰਜ਼ਰ ਆਮ ਤੇ ਲੈ ਕੇ ਅਸੀਂ ਇਨਸ਼ਾਅੱਲਾ ਮੰਜ਼ਰ ਆਮ ਤੇ ਲੈ ਕੇ ਆਓਗੇ। ਇਹਨਾਂ ਨੂੰ ਸਜ਼ਾ ਦਿਲਵਾਉਣ ਵਾਸਤੇ ਹੋਰ ਮਜ਼ੀਦ ਕੀ ਕੁਝ ਕਰਨਾ ਪਏਗਾ? ਅਸੀਂ ਇਹਨਾਂ ਦੀ ਕਾਰ ਦੀ ਟਰੈਵਲ ਹਿਸਟਰੀ ਵੀ ਲਈ ਹੈ, ਜਿਹੜੀ ਟੈਕਰ ਰਿਪੋਰਟ ਹੁੰਦੀ, ਸੇਫ ਸਿਟੀ ਦੀ CD ਵੀ ਹਾਸਲ ਕੀਤੀ ਹੈ, ਇਹਨਾਂ ਦੀ CDR ਮੋਬਾਈਲਾਂ ਦੀ ਵੀ ਲਈ ਹੈ। ਔਰ ਤਕਰੀਬਨ ਜਿਹੜੀ ਵੀ ਚੀਜ਼ ਸਾਨੂੰ
ਤੇ ਤਕਨੀਕੀ ਬੁਨਿਆਦ ਤੇ ਚਾਹੀਦੀ ਉਹ ਅਸੀਂ ਸਾਰੀਆਂ ਇਹਨਾਂ ਦੀਆਂ ਕਲੈਕਟ ਕੀਤੀਆਂ ਜੀ। और सारियाँ कलेक्ट कर ली हैं जी। नाजरीन, आपने तफ्तीशी की गुफ्तगू जानी कि किस तरह से उन्होंने मुल्ज़मान के हवाले से पुख्ता सबूत जो शवाहिद हैं वो इकट्ठे कर रखे, और उनका कहना है कि इनको इनके किए की करार वाक़या सज़ा दिलवाने के लिए उनके पास जो सबूत हैं, शवाहिद हैं, वो भी पेश किए जाएंगे और उनको इनके किए की सज़ा ज़रूर मिलेगी। नाज़रीन, इस वक्त हमारे साथ मौजूद हैं थाना ए डिवीज़न के SHO इफ्तिखार अहमद साहब। उन्हीं की ज़ुबानी जानते हैं कि उन्होंने वकील के अंधे कत्ल की वारदात को किस तरह से ट्रेस किया और मुल्ज़मान तक कैसे पहुंचे। बहुत शुक्रिया इफ्तिखार साहब, आपने वक्त दिया जी। थैंक यू वेरी मच। इफ्तिखार साहब, ये बताइए, ये जो कत्ल की वारदात हुई, कचहरी से निकलते ही वकील को टारगेट करके कत्ल कर दिया गया, उसके बाद तफ्तीश का आगाज़ कहाँ से शुरू किया? ये देखिए ना, ये हमारे मुअज़्ज़ज़ बार के मेंबर थे, तो ये पुलिस पे भी ज़्यादा प्रेशर था कि इसको जल्द अज जल्द ट्रेस किया जाए कि एक मुअज़्ज़ज़ बार के जो मेंबर है वो मर्डर हुए हैं। सही। तो इसलिए तफ्तीश ये बेसिकली ये ब्लाइंड मर्डर था, ब्लाइंड मर्डर, अंधा कत्ल था। तो पुलिस ने अपने तमाम जो वसाइल है उसको यूटिलाइज करते हुए तो इसको जो ट्रेस आउट किया। तो इन्होंने एक गाड़ी इस्तेमाल की, CCTV कैमरा की मदद से हमने गाड़ी ट्रेस की, उसका नंबर ट्रेस किया, और उसके बाद जो हमने पूरी CDRs और पूरा जो टेक्निकल वर्क होता है जो पुलिस का, सही, उसके ऊपर काम किया। सही। उस काम की वजह से अल्लाह ताला ने हमें जो ना कामयाबी दी, तो वो जो मुल्ज़मान है वो आपके सामने है। बिल्कुल। अच्छा, इसको मुख्तलिफ ज़ावियों से तफ्तीश का आगाज़ किया होगा, क्योंकि एडवोकेट थे मकबूल जो मर्डर हुए, प्रेशर भी होता है, ज़ाहिर सी बात है, वकला बरादरी, तो किस तरह से लेके चले और कितने दिनों के अंदर अंदर आप मुल्ज़मान तक? ये बड़ी क्लियर मुद्दत में जो ना इसको ट्रेस किया गया है। सही। तो असल में जब हमें यहाँ से लीड मिली CCTV कैमरा सेफ सिटी से, तो फिर गाड़ी पकड़ी। बेसिकली ये रेंट पे गाड़ी थी। सही। तो रेंट पे लेके आए थे मुल्ज़मान। इन्होंने ना सिर्फ वेट किया, वकील साहब जब बाहर आए तो इन्होंने काफ़ी देर वेट किया, फिर उनका चेज़ किया, और मेन जो फिरोजपुर रोड है काली पुल कसूर में, इधर इनका मर्डर किया है। इनका मर्डर किया। और वजह तनाज़ा ज़मीन, ये बेसिकली ज़मीन का तनाज़ा था, इनके आपस में लिटिगेशन थी। सही। तो इनको बड़ा दुख था कि ये वकील साहब पैरवी कर रहे हैं, तो हम क्यों ना इसको अपने रास्ते से जो निकाल दें। और वो जो जगह ली हुई थी वो इनके ब्रदर इन लॉ ने वकील साहब के ली हुई थी? जी जी, बिल्कुल ऐसे ही था। जो ना काफ़ी अरसे से इनका डिस्प्यूट था, और जो डिस्प्यूट आखिर तक जो है ना वो दुश्मनी में बदला, वो दुश्मनी में बदल गया और कत्ल की वारदात कर दी। मुल्जिम देखने में तो कम उम्र ही लगता है, लेकिन इतना शातिर और चालाक मुल्जिम है, फौरी तौर पे मान गया कि उसने ही ये कत्ल की वारदात की है जब उसको आपने पकड़ लिया? देखिए, शायद ये ना मानता पहले, जब हमने टेक्निकल एविडेंस इसके सामने रखी। सही। कि ये जो आपके खिलाफ एविडेंसेस हैं, तो आप इसको जो है रिबट करें। सही। तो जब इसे पता चला कि ये तो नहीं हो सकता, तो फिर ये मान गया कि जी हाँ, ये मैंने ही किया है। अच्छा इफ्तिखार साहब, ये बताइएगा, वजह तनाज़ा ज़मीन ही थी कि और भी कोई रंजिश चल रही थी? नहीं, बेसिकली ये ज़मीन का ही तनाज़ा था। अच्छा। ये वकील साहब के साथ इनका ज़मीन का तनाज़ा चला, लिटिगेशन भी चल रही थी। सही। तो इन्होंने फिर जो है ना ये एक्ट किया है। तो उसके बाद इन्होंने मनसूबाबंदी के तहत जो है। अच्छा, उसमें ये जो दूसरा मुल्जिम है वो इनकारी है कि उसे पता नहीं था कि कत्ल की वारदात के लिए, मरकजी मुल्जिम भी यही कहता है कि उसने सिर्फ अपने कज़न को बुलाया और लेके गया। ऐसा मुमकिन है? ऐसा कभी भी मुमकिन नहीं हो सकता, क्योंकि जब इन्होंने रेंट पे कार ली, फिर उन्होंने वेपन लिया, फिर उन्होंने कसूर के लिए ट्रैवल की, फिर उन्होंने कुछ 3-4 घंटे वेट किया, फिर उन्होंने चेज़ किया। ये इतने पॉइंट्स हैं कि जिस पे हम ये नहीं कह सकते कि इन्होंने प्री प्लान ही था। इन्होंने बकायदा तौर पे प्लानिंग की और उसके मुताबिक इन्होंने मर्डर किया। ठीक है। वो आज़म जो मरकज़ी मुल्ज़िम है वो कहता है उसे नहीं पता कि कत्ल की सज़ा क्या होती है, मतलब ऐसे रवैया इख्तियार किए हुए, और वो ज़रा सा शर्मिंदा भी नहीं है। कहता मैं शर्मिंदा भी नहीं हूँ और मैंने जो किया है वो अपने हक़ के लिए किया है। ये क्या इफ्तिखार साहब आजकल हो रहा है? एक तो कत्ल करना, चोरी, ऊपर से सीना जोरी, ये मुआशरे में चल क्या रहा है हमारे? देखें, किसी को मर्डर करना ये हक तो नहीं है, तो ज़ाहिर है कि कानून में इसकी बकायदा तौर पे सज़ा है। सही। तो अगर इनको कोई मसला था तो ये बताते हैं कि हमें ये मसला है, पुलिस से रब्ता करते हैं, तो इनको कानून में हाथ लेने का कतन जो ना इख्तियार नहीं था, इख्तियार नहीं है। तो ये जो वजूहात है, जराइम की वारदातें बढ़ती चली जा रही हैं, इसकी रोकथाम के लिए आप क्या समझते हैं, क्या चीज़ ज़रूरी है
जिससे इसमें कोई कमी आ सकती है? एजुकेट होने की ज़रूरत है लोगों को, या उनमें अदम बर्दाश्त नहीं रही? इसकी बेसिक वजूहात आपके नज़रिए में, आपके जहन के मुताबिक क्या है? इसके बेसिकली जो मेन वजह है वो तो है कि तरबियत को है उसका फुकदान है। सही। तो हमें चाहिए कि बीइंग अ पेरेंट्स और मुआशरा हम बच्चों की तरबियत करें